वाला सी ओनू लभ पिया तद उसका पहाड़ा दे के उस उत्ते चढ़िया ते यहोवा दे हजूरों उन्हां दे नाल तरसीस नूं जावे। यहोवा ने समुंदर उत्ते एक वड्डी हनेरी वगा दित्ती अते समुंदर विच वड्डा तूफान सी इहो जिहा कि जहाज टुटण वाला सी। आमीन। हालेलुया। दुआ करेंगे, प्रार्थना करेंगे। महान स्वर्गीय पिता, तेरा वचन पढ़िया गया है प्रभु यीशु मसीह, तू कृपा कर कि एक एक दा हिरदा खुल जाए और पिता प्रभु ये तेरा वचन साडे हिरदियां दे विच घर कर जाए। प्यारे प्रभु, चंगी भूमि चंगी जमीन उदों बनती है जदों उस दे विचों झाड़ियां पुट दित्तियां जान, पत्थर बाहर कटे जान और सख्त भूमि गोडी जाए, फिर चंगी भूमि बनती है। तो हुण भी प्रभु जद झाड़ियां पुट दित्तियां गईयां ने, पत्थर बाहर कट दिते गए ने, सख्त भूमि गोडी गई है, तो हुण भी प्रभु हुण जद बीज सुटिया जाता है 30 गुना 60 गुना 100 गुना फल लैके आवे। क्योंकि असीं जानते हाँ कि चंगी भूमि दे विच भी प्रभु 3 तरह का फल है। प्रभु तू साडी सहायता कर, मदद कर, बरकत दे। यीशु मसीह का नाम लेके मांगते हैं, आमीन। तुसी बैठ सकते हो। सारे खुश ने? हालेलुया। सारे बोलेंगे हालेलुया। वचन पढ़िया है, यहोवा दी बानी अमताई दे पुत्र योना नूं आई कि उठ उस वड्डे शहर नीनवा नूं जा अते उस दे विरुद्ध पुकार, क्यों जो उन्हां दी बुराई मेरे सन्मुख उतां आई है। आमीन। हालेलुया। हालेलुया। सो प्रभु का धन्यवाद। यहोवा दी बानी अमताई दे पुत्र योना नूं आई कि किहड़े शहर नूं जा? नीनवा नूं जा और उन्हां लोकां दे विरुद्ध बोल, पुकार, क्योंकि उन्हां दी बुराई जिहड़ी है मेरे हजूर तक पहुंची है। किथे तक पहुंची है? ध्यान दो, किथे तक पहुंची है? बुराई मेरे हजूर तक। पहले भाई जो बुराई पहुंचती है तो प्रार्थना की दुहाई भी पहुंचती है। हालेलुया। प्रार्थना की दुहाई भी पहुंचती है। पर जुना यहोवा दे हजूरों तरशीश नूं भजन लई उठिया। बाणी आई सी योना नूं कि नीनवा नूं जा, और हुण योना नूं पता सीगा कि नीनवा शहर दे लोग जड़े बड़े बुरियार है, वो बहुत बुरियार है, सख्त दिल लोग ने, मारनों नहीं डरते, कतल करन तो नहीं डरते। उन्होंने पता सी कि नीनवा शहर के लोग जड़े ना बहुत बुरियार है। हुण यूना नबी अपनी मौत तो डरदा होया, अपनी मौत तो डरदा होया कि मैनू मारन ना, मैनू दुख ना देन, मैनू सताया ना जावे। तो की होया कि वो प्रभु के हजूर चों भज गया है, वो दौड़ गया।
ਤਾਂ ਤਰਸ਼ੀਸ਼ ਨੂੰ ਚਲਾ ਗਿਆ। ਲਿਖਿਆ ਹੈ ਕਿ ਉਧਰ ਨੂੰ ਜਹਾਜ਼ ਜਹਾਨ ਵਾਲਾ ਸੀਗਾ ਤੇ ਉੱਥੋਂ ਦਾ ਉਹਨੇ ਕਿਰਾਇਆ ਦਿੱਤਾ ਤੇ ਜਹਾਜ਼ ਦੇ ਵਿੱਚ ਬੈਠ ਗਿਆ। ਤੇ ਲਿਖਿਆ ਹੈ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ, ਇਹੋ ਜਿਹਾ ਕਿ ਜਹਾਜ਼ ਟੁੱਟਣ ਨੂੰ ਸੀ। ਜਹਾਜ਼ ਜਿਹੜਾ ਹੈ ਟੁੱਟਣ ਵਾਲਾ ਸੀ। ਕਿੰਨਾ ਵੱਡਾ ਤੂਫਾਨ ਹੋਏਗਾ। ਜਿੰਨੇ ਵੀ ਜਹਾਜ਼ ਬਣਾਉਣਾ ਹੈ ਉਹ ਮਜ਼ਬੂਤੀ ਨਾਲ ਬਣਾਉਂਦਾ ਹੈ। ਉਹਨੂੰ ਪਤਾ ਹੈ ਕਿ ਸਮੁੰਦਰ ਦੇ ਵਿੱਚ ਤੂਫਾਨ ਆਉਂਦੇ ਨੇ। ਜਿਹੜਾ ਵੀ ਬੰਦਾ ਕਿਸ਼ਤੀ ਬਣਾਉਂਦਾ ਹੈ, ਬੇੜੀ ਬਣਾਉਂਦਾ ਹੈ, ਜਹਾਜ਼ ਬਣਾਉਂਦਾ ਹੈ, ਉਹਨੂੰ ਪਤਾ ਹੈ ਕਿ ਸਮੁੰਦਰ ਦੇ ਵਿੱਚ ਤੂਫਾਨ ਆਉਂਦੇ ਆ ਔਰ ਇਹੋ ਜਿਹੇ ਤੂਫਾਨਾਂ ਨੂੰ ਉਹ ਝੱਲ ਸਕੇ, ਇਹੋ ਜਿਹਾ ਮਜ਼ਬੂਤੀ ਨਾਲ ਜਹਾਜ਼ ਬਣਾਉਂਦੇ ਆ। ਤਾਂ ਜਿੰਨਾ ਕੋ ਮਜ਼ਬੂਤੀ ਨਾਲ ਬਣਾ ਸਕਦੇ ਸੀਗੇ ਉਹਨਾਂ ਨੇ ਬਣਾਇਆ ਸੀਗਾ, ਪਰ ਯਹੋਵਾ ਨੇ ਉਹਨਾਂ ਦੀ ਸੋਚ ਨਾਲੋਂ ਵੱਧ ਕੇ ਤੂਫਾਨ ਭੇਜਿਆ ਸੀਗਾ ਕਿ ਜਹਾਜ਼ ਟੁੱਟਣ ਲੱਗਾ। ਕਈ ਵਾਰੀ ਅਸੀਂ ਆਪਣੀ ਸੋਚ ਨਾਲ ਕੰਮ ਕਰ ਲੈਂਦੇ ਹਾਂ, ਮਸੀਹ ਨੂੰ ਵੀ ਮੰਨਦੇ ਹਾਂ, ਦੁਨਿਆਵੀ ਕੰਮ ਵੀ ਕਰਦੇ ਹਾਂ। ਆਪਣੀ ਸੋਚ ਨਾਲ ਅਸੀਂ ਉੱਥੋਂ ਤੱਕ ਕਰ ਸਕਦੇ ਹਾਂ ਜਿੱਥੋਂ ਤੱਕ ਅਸੀਂ ਸੋਚਦੇ ਹਾਂ। ਅਸੀਂ ਉੱਥੋਂ ਤੱਕ ਮਸੀਹ ਨੂੰ ਮੰਨਦੇ ਹਾਂ ਜਿੱਥੋਂ ਤੱਕ ਅਸੀਂ ਮੰਨ ਸਕਦੇ ਹਾਂ। ਪਰ ਮਸੀਹ ਦੀ ਸੋਚ ਜਿਹੜੀ ਹੈ ਇਹ ਸਾਡੀ ਸੋਚ ਤੱਕ ਨਹੀਂ ਹੈ। ਮਸੀਹ ਦੀ ਸੋਚ ਧਰਤੀ ਤੋਂ ਲੈ ਕੇ ਅਸਮਾਨਾਂ ਤੋਂ ਉੱਚੀ ਹੈ। ਹਾਲੇਲੂਇਆ। ਸਾਡੀ ਸੋਚ ਸਿਰਫ ਇਹੀ ਹੈ ਕਿ ਅਸੀਂ ਇੱਥੇ ਧਰਤੀ ਤੇ ਹਾਂ ਤੇ ਸਾਨੂੰ ਸੁੱਖ ਆਰਾਮ ਚੈਨ ਮਿਲ ਜਾਵੇ, ਸਾਡਾ ਘਰ ਪਰਿਵਾਰ ਵਧੀਆ ਚੱਲ ਜਾਵੇ। ਅਸੀਂ ਮਸੀਹ ਨੂੰ ਮੰਨ ਰਹੇ ਹਾਂ ਕਿ ਸਾਡਾ ਘਰ ਪਰਿਵਾਰ ਵਧੀਆ ਹੋ ਜਾਵੇ, ਘਰ ਵਧੀਆ ਬਣ ਜਾਣ, ਬੱਚੇ ਪੜ੍ਹ ਲਿਖ ਕੇ ਵਧੀਆ ਜੋਬ ਤੇ ਲੱਗ ਜਾਣ, ਵਧੀਆ ਕਾਰੋਬਾਰ ਚੱਲੇ, ਹਰ ਜ਼ਰੂਰਤ ਸਾਡੀ ਪੂਰੀ ਹੋਵੇ। ਸਾਡੀ ਸੋਚ ਇੰਨੀ ਕੀ ਹੈ ਕਿ ਜਦੋਂ ਸਾਡਾ ਵਧੀਆ ਘਰ ਬਣ ਜਾਏਗਾ ਲੋਕਾਂ 'ਚ ਪਤਾ ਲੱਗੇਗਾ ਕਿ ਯਿਸੂ ਮਸੀਹ ਨੂੰ ਮੰਨਦੇ ਆ। ਜਦੋਂ ਸਾਡਾ ਕਾਰੋਬਾਰ ਜੋਬ ਵਧੀਆ ਚੱਲੇਗੀ, ਵਧੀਆ ਸਾਡੀ ਰੋਟੀ ਹੋਵੇਗੀ, ਵਧੀਆ ਸਾਡਾ ਰਹਿਣ ਸਹਿਣ ਖਾਣਾ ਪੀਣਾ ਹੋਵੇਗਾ ਤਾਂ ਲੋਕਾਂ 'ਚ ਪਤਾ ਲੱਗੇਗਾ ਕਿ ਯਿਸੂ ਮਸੀਹ ਨੂੰ ਮੰਨਦੇ ਆ। ਇਹੀ ਸਾਡੀ ਸੋਚ ਹੈ, ਇੰਨੀ ਕੀ ਸਾਡੀ ਸੋਚ ਹੈ। ਪਰ ਯਿਸੂ ਮਸੀਹ ਦੀ ਸੋਚ ਹੈ ਕਿ ਤੁਸੀਂ ਧਰਤੀ ਤੋਂ ਉਠਾਏ ਜਾਓਗੇ ਤੇ ਮੇਰੇ ਸਿੰਘਾਸਨ ਤੱਕ ਪਹੁੰਚਾਏ ਜਾਓਗੇ। ਉਦੋਂ ਦੁਨੀਆ ਵੇਖੇ, ਉਦੋਂ ਲੋਕਾਂ ਨੂੰ ਪਤਾ ਲੱਗੇ ਕਿ ਮੇਰੀ ਸੋਚ ਇਸ ਦੁਨੀਆ ਨਾਲੋਂ ਔਰ ਤੁਹਾਡੀ ਸੋਚ ਨਾਲੋਂ ਵੀ ਕਿੰਨੀ ਉੱਚੀ ਸੀ। ਆਮੇਨ। ਉਦੋਂ ਦੁਨੀਆ ਤੁਹਾਨੂੰ ਵੇਖੇ। ਮੰਨ ਲਓ ਕਿ ਇੱਥੇ ਸਾਨੂੰ ਖੁਦਾ ਧਨੀ ਬਣਾ ਦਿੰਦਾ ਤੇ ਕਿੱਥੋਂ ਤੱਕ ਲੋਕ ਜਾਣਨਗੇ? ਸਾਡੇ ਘਰ, ਮੁਹੱਲਾ, ਸ਼ਹਿਰ, ਪੰਜਾਬ, ਇੰਡੀਆ ਤੱਕ ਕਿੰਨਾ ਕੁ ਧਨੀ ਬਣਾ ਦੇਗਾ ਖੁਦਾ ਤੇ ਕਿੰਨੇ ਲੋਕ ਜਾਣਨਗੇ। ਪਰ ਭੈਣ ਭਈਆ, ਜਦੋਂ ਯਿਸੂ ਮਸੀਹ ਸਾਨੂੰ ਆਪਣੇ ਸਿੰਘਾਸਨ ਤੇ ਬਿਠਾਵੇਗਾ ਉਦੋਂ ਸਾਰੀ ਦੁਨੀਆ ਵੇਖੇ, ਉਦੋਂ ਮਹਾਨ ਵਾਲੀ ਗੱਲ ਹੈ। ਹਾਲੇਲੂਇਆ। ਉਦੋਂ ਵੱਡੀ ਗੱਲ ਹੈ ਕਿ ਖੁਦਾਵੰਦ ਯਿਸੂ ਮਸੀਹ ਸਾਨੂੰ ਆਪਣੇ ਤਖਤ ਤੇ ਬਿਠਾਵੇ ਤੇ ਤਖਤ ਤੇ ਬਿਠਾਉਣ ਦੇ ਤੱਕ ਸਾਨੂੰ ਖੁਦਾ ਦੇ ਵਚਨ ਦੇ ਨਾਲ ਸੰਪੂਰਨ ਸਿਧਾਈ ਨਾਲ ਚੱਲਣਾ ਪਏਗਾ, ਕਿਉਂਕਿ ਇੱਥੋਂ ਤੱਕ ਲੈ ਕੇ ਆਇਆ ਉਹ ਅੱਗੇ ਵੀ ਲੈ ਕੇ ਜਾਵੇਗਾ। ਆਮੇਨ। ਹੁਣ ਯੂਨਾਨ ਨਾਲ ਕੀ ਹੋਇਆ ਹੈ ਜਦੋਂ ਤੂਫਾਨ ਆਇਆ ਔਰ ਉਹਨਾਂ ਲੋਕਾਂ ਨਾਲ ਕੀ ਹੋਇਆ ਹੈ? ਯੂਨਾਨ ਦੀ ਸੋਚ ਨਹੀਂ ਸੀਗੀ ਕਿ ਜਦ ਮੈਂ ਇਸ ਜਹਾਜ਼ ਵਿੱਚ ਬੈਠ ਜਾਵਾਂਗਾ ਤਾਂ ਤੂਫਾਨ ਆ ਜਾਏਗਾ। ਨਾ ਹੀ ਉਹਨਾਂ ਲੋਕਾਂ ਦੀ ਸੋਚ ਸੀਗੀ। ਉਹਨਾਂ ਨੇ ਆਪਣੀ ਸੋਚ ਨਾਲ ਜਹਾਜ਼ ਨੂੰ ਮਜ਼ਬੂਤ ਬਣਾਇਆ ਸੀਗਾ, ਪਰ ਜਹਾਜ਼ ਟੁੱਟਣ ਵਾਲਾ ਸੀਗਾ। ਪੜਾਂਗੇ 4 ਤੋਂ। ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ। ਇਹ ਵੱਡਾ ਤੂਫਾਨ ਸੀਗਾ, ਵੱਡੀ ਹਨੇਰੀ ਸੀਗੀ। ਇਨਸਾਨਾਂ ਦੇ ਸੋਚਣ ਤੋਂ ਪਰੇ, ਇਨਸਾਨਾਂ ਦੇ ਸੋਚਣ ਤੋਂ ਪਰੇ ਦੀ ਗੱਲ ਸੀਗੀ। ਇਨਸਾਨਾਂ ਦੇ ਸੋਚਣ ਤੋਂ ਪਰੇ ਦੀ ਵੱਡੀ ਹਨੇਰੀ ਸੀਗੀ। ਇਨਸਾਨਾਂ ਦੇ ਸੋਚਣ ਤੋਂ ਪਰੇ ਦਾ ਵੱਡਾ ਤੂਫਾਨ ਸੀਗਾ। ਅਸੀਂ ਕਦੇ ਸੋਚ ਨਹੀਂ ਸਕਦੇ ਕਿ ਇੰਨਾ ਵੱਡਾ ਵੀ ਤੂਫਾਨ ਹੋ ਸਕਦਾ ਹੈ।
यूक्रेन युद्ध विच है ते रशिया भी युद्ध विच है। हर एक देश अपने आप को बचाने वास्ते अपनी सोच के अनुसार हथियार बना के बैठा है। हर एक देश अपनी सोच के अनुसार हथियार, परमाणु बम, मिसाइल बना के बैठा है। पर ओदी सब कुछ किहदी सोच है? सब कुछ खुदा नूं पता है, क्योंकि यहोवा की मर्जी तो बगैर कुछ भी, मेरा विषय भी यही है कि यहोवा की मर्जी तो बगैर कुछ भी नहीं हो सकता। आमीन। पर इंसान अपनी सोच नाल बड़ा कुछ करने की सोच रहा होंदा कि असीं ऐ कुछ कर लईए, आ परमाणु बना लांगे, ऐ किसी कोल नहीं हैगा, ये परमाणु देख के ही साडे कोल दुनिया कंबेगी। ऐ वाला असी परमाणु बम बना लांगे, इनू वेख के, इनू सुन के दुनिया साडे कोलों कंबेगी और डरेगी। कोई भी देश साडे उत्ते हमला नहीं कर सकता। पर एक बाइबल चेता लिखा है, देश देश उत्ते, पातशाही उत्ते चढ़ाई करेगी। वो करेगी तो करेगी, क्योंकि बाइबल च लिखा है। हालेलुया। इंज नहीं है कि रूस उत्ते हमला कोई ना करे। हुण छोटा जिहा देश यूक्रेन ही करी जा रहा है, छोटा जिहा देश यूक्रेन ही करी जा रहा है। और इहदा पता लगा है कि इहदा जिहड़ा राष्ट्रपति है वो भी यहूदी है। जे यहूदी है तो खुदा उहदे नाल है, खुदा दा वायदा उहदे नाल है। जो खुदा दा डर पै मनदा है ते ना भी मन्नेगा तां भी उहदे नाल है, क्योंकि उहदा वायदा है खुदा दा। हालेलुया। तां भी खुदा दा वायदा है। हुण असीं इधर देखते हाँ, पढ़ते हाँ, ਇਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। जहाज टुटण वाला सीगा, इन्ना वड्डा तूफान सीगा, इन्नी वड्डी हनेरी सीगी। हाँ। ਤਦ ਮਲਾਹ ਡਰ ਕੇ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ। और हुण की होया है कि मलाह जिहड़े उस जहाज नूं लैके जाण वाले, चलाउण वाले सीगे, चप्पू चलाउण वाले सीगे, वो सारे डर गए कि इन्ना वड्डा तूफान साडी जिंदगी च आया ही नहीं है समुंदर दे विच। साडी सोच के अनुसार जिहड़ा ये जहाज बनिया है, हो सकता है कि ये तूफान दे नाल टुट जाए। तां वो सारे ही डर गए और अपने अपने देवते दे अगे दुहाई देन लगे। इसका मतलब है कि बहुत सारे धर्मां दे लोग उस जहाज विच बैठे होंगे। सच है, जिवें बाइबल दसन रही है कि बहुत सारे इहो जिहे इंसान होंगे जिहड़े वखरे वखरे अपने अपने ईष्ट नूं, देव नूं मन रहे होंगे। बैठे किहदे च है? इक्को जहाज बैठे, इक्को जहाज च है। और मनण वाले दिल जड़े ने वो वखरे वखरे ने, और जिन्होंने मान रहे ने वो भी वखरे वखरे। हाँ। ਉਹਨਾਂ ਨੇ ਉਸ ਮਾਲ ਮਤਾਂ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ। और जदों इन्हां ने अपने देवां दे अगे, अपने अपने मनण वालियां दे अगे दुहाई दिती तां किसी ने पुकार नहीं सुनी। सच है ना? अगर पुकार सुन लेंदे तो अपना माल मत्ता ना गवांदे। उन्होंने अपना जो जहाज दे विच समान लोड कीता सीगा, अन्न होएगा, मसाले होंगे, बहुत सारा समान भारी होएगा। उन्होंने सोचा कि असी पुकारदे हाँ, वो साडी पुकार नूं सुन के उत्तर देवेगा। पर पुकार सुनी नहीं गई। जब पुकार सुनी नहीं गई तो उन्होंने सोचा कि हुण जहाज हौला किया जाए, हल्का किया जाए, तां जो जहाज जड़ा है डुबे ना। हाँ। पर जुना जहाज दे हेठले थां लै के सुत्ता पिया सी। जुना जड़ा है वो जड़ा बेसमेंट सीगा जहाज दा, उत्थे जाके सौ गया। उन्हें कोई परवाह नहीं, उन्हें कोई टेंशन नहीं है, वो जाके सौ गया है। ते तूफान किहदे करके आया सीगा? जुना करके। इन्हें की कीता सीगा? यहोवा दे हजूरों लिखिया ना बाइबल च, यहोवा दे हजूरों भज्जा सीगा। ते यहोवा दे हजूरों भजना मुसीबत नूं
ਮੁਸੀਬਤ ਨੂੰ ਆਪਣੇ ਗਲੇ ਲਗਾਉਣਾ, ਮੁਸੀਬਤ ਦਾ ਸਾਹਮਣਾ ਕਰਨਾ। ਤੇ ਅੱਜ ਵੀ ਜੇ ਕੋਈ ਯਹੋਵਾ ਦੇ ਹਜ਼ੂਰੋਂ ਭੱਜੇਗਾ ਤੇ ਉਹੀ ਹੈ ਨਾ, ਮੁਸੀਬਤ ਦਾ ਸਾਹਮਣਾ ਕਰਨਾ ਪਏਗਾ। ਤਾਂ ਕੀ ਹੋਇਆ ਹੈ, ਪੜੋ। ਤਾਂ ਕਪਤਾਨ ਉਹਦੇ ਕੋਲ ਗਿਆ ਅਤੇ ਉਹਨੂੰ ਆਖਿਆ, ਹੇ ਸੌਣ ਵਾਲੇ, ਤੈਨੂੰ ਕੀ ਹੋਇਆ? ਉੱਠ ਆਪਣੇ ਦੇਵ ਨੂੰ ਪੁਕਾਰ। ਆਮੀਨ। ਉਹਨੇ ਕਿਹਾ ਕਿ ਇਹ ਸੌਣ ਵਾਲਿਆ ਕਪਤਾਨ ਜਿਹੜਾ ਸੀਗਾ ਉਹ ਯੂਨਾਨ ਕੋਲ ਗਿਆ। ਉਹ ਕਹਿੰਦਾ ਤੂੰ ਸੁੱਤਾ ਪਿਆ ਹੈ, ਸਾਡੀ ਜਾਨ ਮੁਸੀਬਤ ਵਿੱਚ ਪਈ ਹੈ, ਤੂੰ ਟੋਰ ਨਾਲ ਸੁੱਤਾ ਪਿਆ ਹੈ, ਸਾਡੀ ਜਾਨ ਸੂਲੀ ਤੇ ਟੰਗੀ ਪਈ ਹੈ, ਅਸੀਂ ਤੇ ਮਰਨ ਵਾਲੇ ਆ ਤੇ ਤੂੰ ਆਰਾਮ ਨਾਲ ਖਰਾੜੇ ਮਾਰਨ ਡਿਆ ਆ। ਚੇਲਿਆਂ ਦੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਨਾ ਇੱਕ ਵਾਰ, ਹੈ ਨਾ, ਉਹ ਵੀ ਤੂਫਾਨ ਵਿੱਚ ਘਿਰ ਗਏ ਸੀਗੇ। ਤਾਂ ਯਿਸੂ ਮਸੀਹ ਕੀ ਉਹ ਸੌਂ ਸਕਦਾ ਸੀਗਾ ਭਲਾ? ਸਰਵ ਸ਼ਕਤੀਮਾਨ ਜਿਹਦੇ ਬਾਰੇ ਇਹ ਲਿਖਿਆ ਹੈ ਇਸਰਾਇਲ ਦਾ ਰਾਖਾ ਨਾ ਕਦੇ ਸੌਂਦਾ ਨਾ ਕਦੇ ਉਂਘਲਾਉਂਦਾ, ਕੀ ਉਹ ਸੌਂ ਸਕਦਾ ਸੀ? ਹਾਲੇਲੂਇਆ, ਹਾਲੇਲੂਇਆ। ਉਹ ਕਦੇ ਵੀ ਸੌਂ ਨਹੀਂ ਸੀਗਾ ਸਕਦਾ। ਫਿਰ ਜਗਾਇਆ ਕਿੱਦਾਂ? ਉਹ ਯਿਸੂ ਮਸੀਹ ਪੂਰੇ ਦਾ ਪੂਰਾ ਪਾਣੀ ਨਾਲ ਭਿੱਜਾ ਪਿਆ ਸੀਗਾ। ਅਸੀਂ ਬਾਹਰ ਸੌਂ ਜਾਈਏ, ਰਾਤ ਨੂੰ ਬਾਰਿਸ਼ ਆ ਜੇ ਨਾ, ਇੱਕ ਬੂੰਦ ਵੀ ਪੈ ਜਾਏ ਤੇ ਅਸੀਂ ਉਸੇ ਵੇਲੇ ਉੱਠ ਪੈਨੇ ਆ। ਤੇ ਯਿਸੂ ਮਸੀਹ ਪੂਰੇ ਦਾ ਪੂਰਾ ਭਿੱਜਾ ਤਾਂ ਵੀ ਨਹੀਂ ਉੱਠਿਆ। ਸੱਚ ਹੈ ਨਾ? ਇਹਦੇ ਬਾਰੇ ਬਾਅਦ ਤੇ ਗੌਰ ਕਰਾਂਗੇ। ਸੋ ਪ੍ਰਭੂ ਯਿਸੂ ਮਸੀਹ ਸਭ ਕੁਝ ਦੇਖਣ ਡਿਆ ਸੀਗਾ, ਸਭ ਕੁਝ ਦੇਖਣ ਡਿਆ ਸੀਗਾ। ਹੁਣ ਜਿਨ੍ਹਾਂ ਨੂੰ ਉਹਨੇ ਕਪਤਾਨ ਨੇ ਆਣ ਕੇ ਕਿਹਾ ਹੈ ਭਈ ਤੂੰ ਸੁੱਤਾ ਪਿਆ ਹੈ ਤੇ ਅਸੀਂ ਮਰਨੇ ਆ, ਉੱਠ ਕੇ ਤੇ ਆਪਣੇ ਦੇਵ ਨੂੰ ਪੁਕਾਰ, ਜਿਹਨੂੰ ਤੂੰ ਮੰਨਦਾ ਆ, ਜਿਹਦੀ ਤੂੰ ਉਪਾਸਨਾ ਕਰਦਾ ਆ, ਉਹਨੂੰ ਪੁਕਾਰ। ਹੋ ਸਕਦਾ ਤੇਰਾ ਦੇਵ ਸੁਣ ਲਵੇ। ਸਾਡੇ ਨੇ ਤੇ ਸੁਣੀ ਨਹੀਂ ਹੈ। ਜੇ ਸਾਡੇ ਨੇ ਸੁਣੀ ਹੁੰਦੀ ਤੇ ਸਾਡਾ ਮਾਲ ਮੱਤਾ ਬਚ ਜਾਂਦਾ। ਜੇ ਸਾਡੇ ਨੇ ਸੁਣੀ ਹੁੰਦੀ ਤੇ ਤੂਫਾਨ ਥੰਮ ਜਾਣਾ ਸੀਗਾ। ਤੂਫਾਨ ਨੂੰ ਥੰਮਣ ਵਾਲਾ ਵੀ ਇੱਕ ਚਾਹੀਦਾ ਜਿਹੜਾ ਤੂਫਾਨ ਨੂੰ ਭੇਜਦਾ ਹੈ। ਹਾਲੇਲੂਇਆ। ਤੂਫਾਨ ਨੂੰ ਉਹੀ ਥੰਮ ਸਕਦਾ ਹੈ ਜਿਹੜਾ ਤੂਫਾਨ ਨੂੰ ਭੇਜਦਾ ਹੈ। ਆਮੀਨ, ਆਮੀਨ। ਉਹਨੇ ਭਾਈ ਨੇ ਗੀਤ ਗਾਇਆ, ਆਪੇ ਆਪੇ ਲਾਏ ਸੱਟ ਆਪੇ ਬੰਨੇ ਪੱਟੀਆਂ। ਆਮੀਨ। ਮੈਂ ਇਸ ਵਿਸ਼ੇ ਨੂੰ ਲੈਣਾ ਚਾਹੁੰਦਾ ਸੀ ਕਿ ਮੈਂ ਰਾਤ ਨੂੰ ਲੇਟ ਗਿਆ, ਕਾਫੀ ਦੇਰ ਤੱਕ ਜਾਗਿਆ, ਔਰ ਇਹ ਵਿਸ਼ਾ ਮੇਰੇ ਅੱਗੇ ਆਇਆ ਕਿ ਜੋ ਕੁਝ ਵੀ ਹੋ ਰਿਹਾ ਸਭ ਕੁਝ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਹੀ ਹੋ ਰਿਹਾ। ਤੇ ਮੈਂ ਜੇ ਇਹ ਲਵਾਂਗਾ ਤਾਂ ਹੋ ਸਕਦਾ ਕੁਝ ਇਹੋ ਜਿਹਾ ਨਾ ਆਵੇ ਅੱਗੇ ਭਈ ਰੌਂਗ ਜਿਹਾ ਨਾ ਹੋਵੇ। ਪਰ ਜਦੋਂ ਭਾਈ ਨੇ ਗੀਤ ਬੋਲਿਆ ਮੈਂ ਲਿਖ ਲਿਆ ਕਿ ਬਾਈਬਲ 'ਚ ਵੀ ਇਦਾਂ ਲਿਖਿਆ ਹੈ, ਖੁਦਾ ਆਪੇ ਹੀ ਸੱਟ ਲਾਉਂਦਾ ਹੈ ਤੇ ਆਪੇ ਹੀ ਪੱਟੀਆਂ ਬੰਨ੍ਹਦਾ। ਮੈਂ ਹੋਰ ਉਤਸ਼ਾਹਿਤ ਹੋ ਗਿਆ। ਆਮੀਨ। ਕਿਉਂਕਿ ਖੁਦਾ ਆਪੇ ਹੀ ਦੱਸ ਦਿੰਦਾ ਹੈ ਰਾਈਟ ਹੈ। ਆਮੀਨ, ਹਾਲੇਲੂਇਆ। ਕਿਉਂਕਿ ਉਹ ਆਪੇ ਹੀ ਸੱਟ ਲਾਉਂਦਾ ਹੈ, ਆਪੇ ਹੀ ਪੱਟੀਆਂ ਬੰਨ੍ਹਦਾ ਹੈ। ਆਮੀਨ। ਇਸੇ ਤਰ੍ਹਾਂ ਹੀ ਭਾਈ ਬ੍ਰਾਹਮਣ ਨੇ ਦੱਸਿਆ ਹੈ ਕਿ ਜਦ ਚਰਵਾਹਾ ਇਸਰਾਇਲ ਦੇ ਵਿੱਚ ਚਰਵਾਹਾ ਜਾਂ ਕਿਤੇ ਵੀ ਚਰਵਾਹੇ ਹੁੰਦੇ ਸੀਗੇ, ਉਹ ਭੇਡਾਂ ਨੂੰ ਚਾਰਦੇ ਸੀਗੇ। ਜੇ ਕੋਈ ਭੇਡ ਉਸ ਚਰਵਾਹੇ ਨੂੰ ਤੰਗ ਕਰੇ ਤਾਂ ਭੇਡ ਨੂੰ ਉਹ ਕੀ ਕਰਦਾ ਸੀਗਾ? ਉਹਦੀ ਲੱਤ ਤੋੜ ਦਿੰਦਾ ਸੀਗਾ। ਚਰਵਾਹਾ ਭੇਡ ਦੀ ਲੱਤ ਤੋੜ ਦਿੰਦਾ ਸੀਗਾ। ਹੁਣ ਲੱਤ ਤੋੜ ਦਿੰਦਾ ਹੈ ਤੇ ਹੁਣ ਚਰਵਾਹੇ ਨੂੰ ਤਰਸ ਵੀ ਆਉਂਦਾ, ਕਿਉਂਕਿ ਜਦੋਂ ਲੰਗੜਾ ਕੇ ਤੁਰਦੀ ਹੈ, ਜਦੋਂ ਲੰਗੜਾ ਕੇ ਤੁਰ ਰਹੀ ਹੁੰਦੀ ਹੈ ਨਾ, ਉਹਨੂੰ ਤਰਸ ਆਉਂਦਾ। ਤੇ ਫਿਰ ਪਤਾ ਕੀ ਕਰਦਾ? ਉਹਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ, ਤਰਸ ਵੀ ਖਾਂਦਾ ਹੈ। ਇਸੇ ਤਰ੍ਹਾਂ ਸਾਡਾ ਪ੍ਰਭੂ ਯਿਸੂ ਮਸੀਹ ਹੈ, ਆਪੇ ਸੱਟ ਲਾਉਂਦਾ ਹੈ, ਫਿਰ ਤਰਸ ਖਾ ਕੇ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਹੈ। ਤੇ ਹੁਣ ਚਰਵਾਹੇ ਨੂੰ ਪਤਾ ਹੈ ਕਿ ਇਹਨੂੰ ਸੱਟ ਲੱਗ ਗਈ ਹੈ, ਮੇਰੇ ਗੁੱਸੇ ਕਰਕੇ ਇਹਨੂੰ ਸੱਟ। ਦਾਊਦ ਵੀ ਕਹਿੰਦਾ ਤੇਰੀ ਸੋਟੀ ਤੇ ਤੇਰੀ ਲਾਠੀ ਮੈਨੂੰ ਤਸੱਲੀ ਦਿੰਦੀਆਂ ਨੇ। ਇਬਰਾਨੀਆਂ ਦੀ ਪੋਥੀ ਔਰ ਕਹਾਵਤਾਂ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਉਹ ਪਰਮੇਸ਼ਵਰ ਆਪਣੇ ਪੁੱਤਰਾਂ ਨੂੰ ਤਾੜਦਾ ਹੈ। ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਤਾੜਦੇ ਹੋ, ਤਿਵੇਂ ਮੈਂ ਵੀ ਆਪਣੇ ਹੀ, ਬਗਾਨਿਆਂ ਨੂੰ ਨਹੀਂ, ਮੈਂ ਆਪਣਿਆਂ ਨੂੰ ਹੀ ਤਾੜਦਾ ਹਾਂ, ਆਪਣਿਆਂ ਨੂੰ ਹੀ ਸਿੱਖਿਆ ਦੇਣਾ ਹਾਂ, ਆਪਣਿਆਂ ਨੂੰ ਹੀ ਸੁਧਾਰਦਾ ਹਾਂ। ਆਮੀਨ, ਹਾਲੇਲੂਇਆ। ਤਾਂ ਫਿਰ ਕੀ ਕਰਦਾ ਹੈ ਚਰਵਾਹਾ? ਜਦੋਂ ਉਹ ਤੁਰ ਨਹੀਂ ਸਕਦੀ ਤਾਂ ਉਹਨੂੰ ਪਤਾ ਹੈ ਹੁਣ ਕਿ ਮੈਂ ਪੱਟੀ ਬੰਨਣੀ ਹੈ ਇਹਦੇ, ਤਾਂ ਉਹ ਪੱਥਰ ਉੱਤੇ, ਚਟਾਨ ਉੱਤੇ ਸ਼ਹਿਦ ਪਾਉਂਦਾ ਹੈ ਤਾਂ ਜੋ ਭੇਡ ਜਿਹੜੀ ਹੈ ਉਹ ਸ਼ਹਿਦ ਨੂੰ ਚੱਟੇ, ਉਹਦਾ ਧਿਆਨ ਜਿਹੜਾ ਹੈ ਸ਼ਹਿਦ ਵੱਲ ਹੋ ਜੇ।
ਤੇ ਪਿੱਛੋਂ ਉਹ ਚੂਨੇ ਦੀ ਮੁੱਠ ਭਰ ਕੇ ਉਹਦੀ ਲੱਤ ਤੇ ਲਗਾ ਕੇ ਤੇ ਪੱਟੀ ਬੰਨ ਦਿੰਦਾ, ਕਿਉਂਕਿ ਜੋ ਸਿੱਧਾ ਚੂਨਾ ਲਗਾਏਗਾ ਤਾਂ ਉਹਨੂੰ ਦਰਦ ਹੋਣੀ ਹੈ, ਉਹਨੇ ਨਹੀਂ ਲਗਵਾਉਣਾ। ਉਹਦਾ ਪਹਿਲਾਂ ਧਿਆਨ ਕਿੱਥੇ ਖਿੱਚਿਆ? ਸ਼ਹਿਦ ਵੱਲ। ਆਮੀਨ। ਤਾਂ ਜਦੋਂ ਸ਼ਹਿਦ ਵੱਲ ਧਿਆਨ ਹੋ ਗਿਆ ਤੇ ਫਿਰ ਉਹ ਪੱਟੀ ਬੰਨਦਾ ਹੈ। ਇਹ ਪ੍ਰਭੂ ਯੀਸ਼ੂ ਮਸੀਹ ਵੀ ਇਦਾਂ ਹੀ ਕਰਦਾ ਹੈ। ਹਾਲੇਲੂਇਆ। ਜੇ ਕੋਈ ਭੇਡ ਇੱਧਰ ਉੱਧਰ ਭੱਜੇਗੀ ਨਾ, ਬੱਕਰੀ ਜਾਏ ਤਾਂ ਜਾਏ, ਬੱਕਰੀ ਜਾਏ ਤਾਂ, ਪਰ ਭੇਡ ਨਹੀਂ ਜਾਣੀ ਚਾਹੀਦੀ। ਸੱਚ ਹੈ ਨਾ? ਹਾਂ, ਸੱਟ ਵੀ ਮਾਰਦਾ ਹੈ। ਮੈਂ ਪੜਾਂਗੇ ਤਾਂ ਉਹ ਇੱਕ ਦੂਏ ਨੂੰ ਕਹਿ ਲੱਗੇ, ਹਾਂ ਆਓ ਅਸੀਂ ਗੁਨਾਹ ਪਾ ਕੇ ਲੱਭੀਏ ਹਾਂ ਜੋ ਇਹ ਬਿਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ। ਹਾਂ। ਤਾਂ ਉਹਨਾਂ ਨੇ ਸਲਾਹ ਕੀਤੀ ਵੀ ਆਓ ਹੁਣ ਪਰਚੀਆਂ ਪਾਈਏ, ਨਾਮ ਲੈ ਕੇ ਗੁਣੇ ਪਾਈਏ ਵੀ ਇਹ ਬਿਪਤਾ ਜਿਹੜੀ ਹੈ ਕਿਹਦੇ ਕਰਕੇ ਆਣ ਪਈ ਹੈ। ਤਾਂ ਬਾਈਬਲ 'ਚ ਇਦਾਂ ਲਿਖਿਆ ਹੈ ਕਿ ਗੁਣੇ ਤਾਂ ਮਨੁੱਖਾਂ ਵੱਲੋਂ ਪਾਏ ਜਾਂਦੇ ਨੇ, ਗੁਣੇ ਜਿਹੜੇ ਨੇ ਮਨੁੱਖਾਂ ਵੱਲੋਂ ਪਾਏ ਜਾਂਦੇ ਨੇ, ਪਰਚੀਆਂ ਜਿਹੜੀਆਂ ਮਨੁੱਖਾਂ ਵੱਲੋਂ ਸੁੱਟੀਆਂ ਜਾਂਦੀਆਂ ਨੇ, ਪਰ ਜਿਹੜਾ ਬੰਦਾ ਚੁੱਕਦਾ ਨਾ ਹੈ ਖੁਦਾ ਵੱਲੋਂ ਹੁੰਦਾ। ਜ਼ਬਾਨੋਂ ਉੱਤਰ ਜਿਹੜਾ ਹੈ ਨਾ ਇਹ ਯਹੋਵਾ ਵੱਲੋਂ ਹੁੰਦਾ। ਹਾਲੇਲੂਇਆ। ਪਰਚੀਆਂ ਪਾਈਆਂ ਗਈਆਂ ਤੇ ਗੁਨਾਹ ਕਿਹਦੇ ਨਾਂ ਦਾ ਨਿਕਲਿਆ? ਯੂਨਾਹ ਦਾ, ਕਿਉਂਕਿ ਕੱਢਣਾ ਕਿਹਨੇ ਸੀਗਾ? ਉਹ ਚੁਕਵਾਉਣ ਵਾਲਾ ਜਿਹੜਾ ਖੁਦਾ ਸੀਗਾ ਬੰਦੇ ਨੂੰ ਕਹਿੰਦਾ ਕਿ ਇਹ ਪਰਚੀ ਚੁੱਕ। ਤਾਂ ਜਦੋਂ ਉਹਨੇ ਚੁੱਕੀ, ਦੇਖੋ ਇਹ ਕਿੰਨੀ ਤਸੱਲੀ ਵਾਲੀ ਗੱਲ ਹੈ। ਜੋ ਕੁਝ ਵੀ ਸਾਡੀ ਜ਼ਿੰਦਗੀ 'ਚ ਨਿੱਕਾ 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 ਹੋ ਰਿਹਾ ਨਾ, ਚਿੰਤਾ ਨਾ ਕਰੋ, ਸਭ ਕੁਝ ਖੁਦਾ ਵੱਲੋਂ ਹੋ ਰਿਹਾ। ਹਾਲੇਲੂਇਆ। ਘਬਰਾਉਣ ਦੀ ਲੋੜ ਹੀ ਨਹੀਂ। ਅੱਜ ਗਰੀਬੀ ਹੈ ਨਾ, ਸ਼ੁਕਰ ਕਰੋ ਕਿ ਖੁਦਾ ਤੂੰ ਸਾਨੂੰ ਇਹਦੇ ਵਿੱਚ ਰੱਖਿਆ, ਕੁਝ ਇਹਦੇ ਵਿੱਚ ਵੀ ਸਿੱਖਿਆ ਦੇਵੇਗਾ। ਹਾਲੇਲੂਇਆ। ਉਹ ਜੇ ਗਰੀਬੀ ਹੈ ਤੇ ਜਿੱਦਣ ਸੁੱਖ ਹੋਏਗਾ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਅੱਜ ਅਸੀਂ ਸੁਖੀ ਹਾਂ। ਹਾਲੇਲੂਇਆ। ਤਾਂ ਹੀ ਸਾਨੂੰ ਪਤਾ ਲੱਗੇਗਾ ਅੱਜ ਸਾਡੀ ਜਾਨ ਸੁਖੀ ਹੈ, ਕਿਉਂਕਿ ਪਹਿਲਾਂ ਅਸੀਂ ਕੀ ਸੀਗੇ? ਗਰੀਬ ਸੀਗੇ। ਜਦੋਂ ਕਰਜ਼ਾ ਲੱਥ ਜਾਏਗਾ ਤਾਂ ਹੀ ਸਾਨੂੰ ਪਤਾ ਲੱਗੇਗਾ ਅੱਜ ਅਸੀਂ ਕਰਜ਼ਾ ਮੁਕਤ ਹੋ ਗਏ ਹਾਂ। ਆਮੀਨ। ਤੇ ਕਰਜ਼ਾ ਹੋਏਗਾ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਅੱਜ ਅਸੀਂ ਕਰਜ਼ੇ ਤੋਂ ਮੁਕਤ ਹਾਂ। ਆਮੀਨ। ਹਾਲੇਲੂਇਆ। ਜੇ ਮੈਂ ਸ਼ੁਰੂ ਤੋਂ ਲਵਾਂ, ਉੱਪਰੋਂ ਲਵਾਂ, ਤੇ ਜੇ ਉਹ ਮਹਾਨ ਦੂਤ ਆਪਣੇ ਮਨ ਵਿੱਚ ਨਾ ਸੋਚਦਾ ਕਿ ਮੈਂ ਆਪਣਾ ਸਿੰਘਾਸਨ ਪਰਮੇਸ਼ਵਰ ਦੇ ਸਿੰਘਾਸਨ ਤੋਂ ਉੱਚਾ ਬਣਾਵਾਂ, ਤੇ ਉਹ ਧਰਤੀ ਤੇ ਥੱਲੇ ਨਹੀਂ ਸੀਗਾ ਸੁੱਟਿਆ ਜਾ ਸਕਦਾ। ਸੱਚੀ ਹੈ। ਤੇ ਜੇ ਉਹ ਧਰਤੀ ਤੇ ਥੱਲੇ ਸੁੱਟਿਆ ਗਿਆ ਤੇ ਧਰਤੀ ਤੇ ਹਨੇਰਾ ਛਾ ਗਿਆ। ਤੇ ਉਤਪਤੀ ਦੀ ਪਹਿਲੀ ਆਇਤ ਪੜਾਂਗੇ, ਪਹਿਲੇ ਅਧਿਆਇ ਦੀ ਪਹਿਲੀ ਆਇਤ ਪੜਾਂਗੇ, ਤੇ ਖੁਦਾ ਨੇ ਕਿਹਾ ਚਾਨਣ ਹੋਵੇ। ਇਹਦਾ ਮਤਲਬ ਹਨੇਰਾ ਉੱਥੇ ਸੀਗਾ। ਹਨੇਰਾ ਸ਼ੈਤਾਨ ਨੂੰ ਬਿਆਨ ਕਰਦਾ। ਸੂਰਜ ਦਾ ਚਾਨਣ ਨਹੀਂ ਹੋਇਆ, ਚੰਦਰਮਾ ਦਾ ਚਾਨਣ ਨਹੀਂ ਹੋਇਆ, ਤਾਰਿਆਂ ਦਾ ਚਾਨਣ ਨਹੀਂ ਹੋਇਆ, ਉਹ ਤਾਂ ਬਾਅਦ ਵਿੱਚ ਬਣੇ। ਲੇਕਿਨ ਖੁਦਾ ਨੇ ਪਹਿਲਾਂ ਆਪਣਾ ਚਾਨਣ ਉੱਥੇ ਕੀਤਾ ਭਈ ਚਾਨਣ ਹੋਵੇ। ਤਾਂ ਹੁਣ ਉਹ ਚਾਨਣ ਹੋ ਗਿਆ ਹੈ। ਫਿਰ ਖੁਦਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਲੱਗਾ ਤੇ ਫਿਰ ਉਹਨੇ ਆਦਮ ਨੂੰ ਬਣਾਇਆ। ਜਦੋਂ ਆਦਮ ਨੂੰ ਬਣਾਇਆ ਫਿਰ ਉਸਨੇ ਸੋਚਿਆ ਕਿ ਚੰਗਾ ਨਹੀਂ ਹੈ ਕਿ ਆਦਮ ਹੁਣ ਇਕੱਲਾ ਰਵੇ। ਫਿਰ ਉਹਦੀ ਪਸਲੀ ਵਿੱਚੋਂ ਔਰਤ ਬਣਾਈ। ਤੇ ਹੁਣ ਉਹਨੂੰ ਪਤਾ ਸੀਗਾ, ਦੂਤ ਨੂੰ, ਆਦਮ ਨੂੰ ਤੇ ਨਹੀਂ ਫੁਸਲਾ ਸਕਦਾ, ਪਰ ਇਸ ਮੈਂ ਔਰਤ ਕੋਲੋਂ ਪਾਪ ਕਰਵਾ ਸਕਦਾ। ਆਦਮ ਜਦੋਂ ਬਣਾਇਆ ਗਿਆ ਤਾਂ ਖੁਦਾ ਨੇ ਕਹਿ ਦਿੱਤਾ ਕਿ ਸਾਰੇ ਫਲ ਖਾਓ, ਪਰ ਤੁਸੀਂ ਇਹ ਜਿਹੜਾ ਵਿਚਕਾਰਲਾ ਫਲ ਹੈ ਨਾ, ਭਲੇ ਤੇ ਬੁਰਿਆਈ ਦਾ, ਇਹ ਫਲ ਨਹੀਂ ਖਾਣਾ। ਭਲਾਈ ਤੇ ਬੁਰਿਆਈ ਵਾਲਾ ਫਲ ਤੁਸੀਂ ਨਹੀਂ ਖਾਣਾ। ਇਹ ਹੁਕਮ ਸੀਗਾ ਆਦਮ ਨੂੰ, ਤੇ ਆਦਮ ਦੇ ਵਿੱਚ ਉਦੋਂ ਹਵਾ ਸੀਗੀ। ਹਵਾ ਕਿੱਥੇ ਸੀਗੀ ਉਦੋਂ? ਉਹਦੇ ਵਿੱਚ ਹੀ। ਇਹ ਹੁਕਮ ਆਦਮ ਨੂੰ ਹੀ ਦਿੱਤਾ ਗਿਆ ਸੀਗਾ। ਔਰ ਇਹ ਵੀ ਕਿਹਾ ਗਿਆ ਸੀਗਾ ਕਿ ਵਧੋ ਫਲੋ ਔਰ ਧਰਤੀ ਨੂੰ ਭਰ ਦਿਓ। ਉਦੋਂ ਵੀ ਇਕੱਲੇ ਆਦਮ ਨੂੰ ਕਿਹਾ ਗਿਆ ਸੀਗਾ, ਉਦੋਂ ਵੀ ਹਵਾ ਉਹਦੇ ਅੰਦਰ ਹੀ ਸੀਗੀ। ਤਾਂ ਕੀ ਹੋਇਆ ਕਿ ਹੁਣ ਸ਼ੈਤਾਨ ਹਵਾ ਨੂੰ ਆਣ ਕੇ ਫੁਸਲਾਉਣ ਲੱਗਾ ਹੈ, ਔਰ ਉਹਨੇ ਉਸ ਨੂੰ ਫੁਸਲਾ ਲਿਆ ਔਰ ਪਾਪ ਵਿੱਚ ਡੇਗ ਦਿੱਤਾ। ਆਮੀਨ। ਹਾਲੇਲੂਇਆ। ਜੇ ਹਵਾ ਪਾਪ ਨਾ ਕਰੇ, ਠੀਕ ਹੈ, ਜੇ ਹਵਾ ਪਾਪ ਨਾ ਕਰਦੀ ਤੇ ਆਦਮ ਔਰ ਹਵਾ ਦੀ ਖੁਦਾ ਤੋਂ ਜੁਦਾਈ ਨਾ ਪੈਂਦੀ। ਇਸ ਤੋਂ ਪਹਿਲਾਂ ਕਿ ਹਵਾ ਪਾਪ ਕਰੇ, ਇਸ ਤੋਂ ਪਹਿਲਾਂ ਕਿ ਮੇਲ
कराउण वाला उत्थे होवे, जुदाई दा होना जरूरी ही ना। हालेलुया। इस तो पहला के विचोला होवे, इस तो पहला के मेल कराउण वाला होवे, जुदाई दा होना जरूरी सीगा। फिर हवा पाप कर दी, तां कि आदम और हवा दा खुदा दे कोलों संबंध टुटदा। ये किहदे वेलों हो रहा? हालेलुया। सबो कुछ किहदे वेलों हो रहा? सबो कुछ खुदा दे वेलों हो रहा है। और हवा ने पाप किया, आदम और हवा तो खुदा दी जुदाई पै गई, संबंध टुट गए। आदम और हवा के संबंध टुटे, लेकिन खुदा ने नहीं तोड़े। सच है। इस तो पहला कि वो चंगा करने वाला अखवाए, बीमारी का होना जरूरी सीगा। सच है। यीशु मसीह ही चंगा करने वाला, यहोवा ही चंगा करने वाला। इस तो चंगा करने वाला कौन करेगा उन्होंने? जे कोई बीमार होगा तो समझ आ रही है तुहानू भाई? जे कोई बीमार होगा वो चंगा होगा जिन्हें चंगा किया है, फिर ही कहेगा ना इन्हें मैंने चंगा किया है। हालेलुया। समझ गए ना? इस तो पहला के कोई चंगा करने वाला अखवावे, बीमार दा होना और बीमारी दा होना जरूरी सीगा। हवा ने पाप किया, बीमारी आई, क्योंकि चार तरीके नाल बीमारी आती है। एक पाप करके, एक लापरवाही करके, एक अजमाइश करके, तो एक प्रभु की महिमा करके। आमीन। पाप करके पूरा संसार भरिया है। लापरवाही उदों है जिदा असी गर्म पानी नहा के बाहर आ जाते हाँ तो हवा लग जाती है, कपड़े नहीं पाते, तो वो साडी लापरवाही है। अजमैश अजूब उत्ते आई, पलूस उत्ते आई। होर कोई भी यहो जिहा बंदा नहीं है कि जिहदे उत्ते अजमैश आई होवे। आमीन। रसूलां उत्ते आई। हुण प्रभु की महिमा करके, चौथी बवा केड़ी है? प्रभु की महिमा करके। एक अन्ना सीगा जिहड़ा जमांदरू ही पैदा अन्ना होया, तो चेले पूछन लगे कि प्रभु ये अन्ना पैदा होया है, की गल है, किन्ने पाप किया? ਇਹਦੇ माँ प्यो ने पाप किया, ये अन्ना पैदा होया, जां इन्हें कोई पाप किया तो अन्ना पैदा होया? तो प्रभु यीशु मसीह ने कहा, बाणी च इदां लिखा है कि कोई धर्मी नहीं है ना, लिखा है कि कोई धर्मी नहीं है। हुण प्रभु यीशु मसीह की कहते ने, उन्हें कहा ना तो इहदे माँ प्यो ने पाप किया ते ना ही इन्हें पाप किया, ये इसलिए अन्ना पैदा होया, मैं आवा इस नूं चंगा करा ते परमेश्वर दी। हालेलुया। हालेलुया। चार तरीके नाल बीमारी होती है। और हवा ने पाप किया, बीमारियां आईयां, यसू ने चंगा किया ते चंगा करने वाला कहलाया। हालेलुया। इस तो पहला कि चंगा करने वाला कहलावे, बीमारी का होना जरूरी सीगा। इस तो पहला कि ओ चंगा करने वाले नूं यहोवा राफा कहंदे आ, चंगा करने वाले नूं यहोवा राफा कहंदे आ। इस तो पहला कि कोई जरूरतमंद होवे, कोई दुखी होवे, परेशान होवे, किसी ने जरूरत होवे, तो यहोवा यरीहे आंदा है। इस तो पहला कि वो यहोवा यरीहे कहावे, उन्होंने जरूरत पूरी करे, तो कोई जरूरतमंद होना चाहिए है। कोई जरूरतमंद होवेगा तां ही यहोवा यरी आवेगा, तो वो उसकी जरूरत नूं पूरा करेगा। आमीन। हालेलुया। इस तो पहला कि यहोवा शलोम खवावे, कोई अशांत मन होना चाहिए, कोई अशांति के नाल भरिया होना चाहिए, क्योंकि यहोवा शलोम है, शांति का राजकुमार है। हालेलुया। इस तो पहला कि कोई ये होवे, यहोवा शलोम प्रगट होवे, तां वो जरूरी है कि कोई अशांत मन बंदा ओदे कोल आवे, तां ही वो शांति का राजकुमार अखवाएगा। हालेलुया। इस तो पहला कि यहोवा निसी कहलावे, इस तो पहला कि यहोवा निसी कहलावे, कोई युद्ध का होना जरूरी है।
ਅਗਰ ਯੁੱਧ ਹੋਵੇਗਾ, ਮੂਸਾ ਦੇ ਹੱਥ ਖੜੇ ਹੋਣਗੇ, ਫਿਰ ਉਹ ਜਿੱਤਣਗੇ ਤੇ ਫਿਰ ਮੂਸਾ ਵਰਗਾ ਆਖੇਗਾ ਕਿ ਯਹੋਵਾ ਨਿਸੀ ਹੈ, ਇਹ ਯੁੱਧ ਦਾ ਸੁਆਮੀ ਹੈ, ਜਿਹੜਾ ਸਾਡੀ ਜਿੱਤ ਦਾ ਝੰਡਾ ਹੈ। ਹਾਲੇਲੂਇਆ, ਹਾਲੇਲੂਇਆ। ਯੁੱਧ ਹੋਵੇਗਾ ਤਾਂ ਹੀ ਯਹੋਵਾ ਨਿਸੀ ਕਹਿਲਾਵੇਗਾ, ਤਾਂ ਹੀ ਉਹਨਾਂ ਨੂੰ ਜਿੱਤ ਦੇਵੇਗਾ। ਆਮੀਨ। ਹਵਾ ਨੇ ਪਾਪ ਕੀਤਾ, ਇਹ ਸਾਰੀਆਂ ਚੀਜ਼ਾਂ ਹੋਈਆਂ, ਇਹ ਕਿਹਦੇ ਵੱਲੋਂ ਹੈ? ਖੁਦਾ ਦੇ ਵੱਲੋਂ ਹੈ। ਆਮੀਨ, ਹਾਲੇਲੂਇਆ। ਬਹੁਤ ਸਾਰੇ ਲੋਕ ਕਹਿੰਦੇ ਨੇ ਹਵਾ ਨੇ ਪਾਪ ਕਰਨਾ ਸੀਗਾ, ਇਹ ਫਲ ਖਾਣਾ ਸੀਗਾ, ਅਦਨ ਦੇ ਵਿੱਚ ਲਾਇਆ ਕਿਉਂ? ਅਦਨ ਦੀ ਵਾਟਿਕਾ ਵਿੱਚ ਲਾਇਆ ਕਿਉਂ? ਇਹ ਇਸੇ ਕਰਕੇ ਲਾਇਆ ਸੀਗਾ ਕਿ ਇਹ ਆਗਿਆ ਸੀਗੀ ਕਿ ਨਾ ਕਰੋ, ਨਾ ਖਾਓ। ਇੱਕ ਵਾਰੀ ਇੱਕ ਪਾਸਟਰ ਕਿਸੇ ਦੇ ਘਰ ਵਿੱਚ ਗਿਆ ਤਾਂ ਉਹਨਾਂ ਨੇ ਸੁਣਿਆ ਕਿ ਇਹ ਗੱਲ ਜਿਹੜੀ ਮੈਂ ਕਹੀ ਹੈ ਕਿ